रियल न्यूज़ पंजाबी। ਰੀਅਲ ਨਿਊਜ਼ ਪੰਜਾਬੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਸਾਰਾ ਕਲੱਬ ਦੀ ਤਰਫ ਤੋਂ ਮਹੀਨਾਵਾਰ ਪੈਨਸ਼ਨ ਦਾ ਪ੍ਰੋਗਰਾਮ ਰੱਖਿਆ ਗਿਆ, ਜਿਹਦੇ ਵਿੱਚ ਸ਼੍ਰੀ ਅਸ਼ੋਕ ਕੁਮਾਰ ਲੂਣਾ ਜੀ ਅਤੇ ਉਹਨਾਂ ਦੀ ਫੈਮਿਲੀ ਮੁੱਖ ਅਤਿਥੀ ਦੇ ਤੌਰ ਤੇ ਸ਼ਿਰਕਤ ਕੀਤੀ ਤੇ ਉਹਨਾਂ ਨੇ ਅੱਜ ਦੇ ਦਿਨ ਗਰੀਬ ਬੇਸਹਾਰਾ ਲੋਕਾਂ ਦੀ ਮਦਦ ਕੀਤੀ ਅਤੇ ਉਹਨਾਂ ਨੇ ਆਪਣੇ ਸੁਪੁੱਤਰ ਤੇ ਉਹਨਾਂ ਦੀ ਪਤਨੀ ਦਾ ਕੇਕ ਕੱਟ ਕੇ ਵਿਆਹ ਦੀ ਸਾਲਗਿਰਾ ਵੀ ਉਹਨਾਂ ਦੇ ਨਾਲ ਮਨਾਈ। ਇਸ ਮੌਕੇ ਉੱਤੇ ਉਹਨਾਂ ਨੇ ਧਾਰਮਿਕ ਗੱਲਾਂ, ਆਸ਼ੀਰਵਾਦ, ਮਾਂ ਪਿਓ ਦੀ ਸੇਵਾ ਵਾਸਤੇ ਜ਼ੋਰ ਦਿੱਤਾ ਤੇ ਆਓ ਅਸੀਂ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਕਿ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਵਾਸਤੇ ਸਾਨੂੰ ਕੀ ਕਰਨਾ ਚਾਹੀਦਾ ਹੈ ਅਤੇ ਸਹਾਰਾ ਕਲੱਬ ਦੇ ਪ੍ਰਧਾਨ ਸ਼੍ਰੀ ਜਤਿੰਦਰ ਕਾਜ ਜੀ ਦਾ ਇਸ ਦੇ ਉੱਤੇ ਕੀ ਕਹਿਣਾ ਹੈ ਤੇ ਜਿੰਨੇ ਵੀ ਮੈਂਬਰਾਂ ਨੇ ਸਹਾਰਾ ਕਲੱਬ ਦੇ ਉਹਨਾਂ ਦਾ ਇਸ ਮੌਕੇ ਉੱਤੇ ਕੀ ਕਹਿਣਾ ਹੈ। ਬਨੇ ਰਹੋ ਸਾਡੇ ਨਾਲ ਐਂਡ ਤੱਕ। ਇਸ ਵੀਡੀਓ ਨੂੰ ਲਾਈਕ, ਸ਼ੇਅਰ, ਸਬਸਕ੍ਰਾਈਬ ਜ਼ਰੂਰ ਕਰੋ। ਲੂਣਾ ਜੀ ਸਹਾਰਾ ਕਲੱਬ ਦਾ ਜਿਹੜਾ ਹੈ ਮਹੀਨਾਵਾਰ ਮਾਸਿਕ ਪੈਨਸ਼ਨ ਵਿਤਰਨ ਸਮਾਰੋਹ, ਹਰ ਮਹੀਨੇ ਦਾ ਪੈਨਸ਼ਨ ਵੰਡ ਸਮਾਰੋਹ ਇਹ ਜਗ ਜਿਹੜਾ ਹੈ ਸਹਾਰਾ ਕਲੱਬ ਵੱਲੋਂ ਪਰਮਾਤਮਾ ਦੀ ਅਪਾਰ ਕਿਰਪਾ ਦੇ ਨਾਲ ਚਲਾਇਆ ਜਾ ਰਿਹਾ ਹੈ। ਤੇ ਮੈਂ ਬੇਨਤੀ ਕਰਾਂਗਾ ਜਿਹੜੀਆਂ ਮੇਰੀਆਂ ਮਾਤਾ ਭੈਣਾਂ ਬਜ਼ੁਰਗ ਜਿੰਨੇ ਵੀ ਮੇਰੇ ਭਾਈ ਆਏ ਨੇ, ਅੱਜ ਅਸੀਂ ਜਿਹੜਾ ਹੈ ਉਹ ਕਰਜ਼ ਉਤਾਰ ਰਹੇ ਹਾਂ। ਤੁਹਾਡਾ ਪਰਮਾਤਮਾ ਨੇ ਕੋਈ ਡਿਊਟੀ ਲਗਾਈ ਹੈ ਵੀ ਕੱਦ ਸਾਹਿਬ ਜਾ ਕੇ ਜਿਹੜਾ ਨਾ ਕਰਜ਼ ਉਹਨਾਂ ਦਾ ਦੇ ਕੇ ਆਓ। ਕਹਿੰਦੇ ਲੇਖਾ ਜੋਖਾ ਅਸੀਂ ਤੁਹਾਨੂੰ ਪੈਨਸ਼ਨ ਨਹੀਂ ਦਿੰਦੇ, ਅਸੀਂ ਕੋਈ ਜਿਹੜਾ ਕਰਜ਼ ਲਿਆ ਦਾ ਤੁਹਾਡੇ ਕੋਲ ਉਹ ਅਸੀਂ ਵਾਪਸ ਕਰ ਰਹੇ ਹਾਂ। ਤੇ ਅੱਜ ਜਿਹੜੇ ਸਾਡੇ ਸ਼ਾਹੂਕਾਰ ਨੇ ਅਸ਼ੋਕ ਕੁਮਾਰ ਲੂਣਾ ਜੀ ਪਰਿਵਾਰ, ਉਹਨਾਂ ਵੱਲੋਂ ਉਹਨਾਂ ਦੀ ਨੇਕ ਕਮਾਈ ਦਾ ਹਿੱਸਾ ਉਹ ਆਪਣੇ ਪਰਿਵਾਰ ਵੱਲੋਂ ਜਿਹੜਾ ਹੈ ਉਹ ਡੋਨੇਸ਼ਨ ਕਰ ਰਹੇ ਨੇ ਤੇ ਅੱਜ ਪਰਮਾਤਮਾ ਦੀ ਅਪਾਰ ਕਿਰਪਾ ਦੇ ਨਾਲ ਜਿਹੜੀ ਹੈ ਉਹ ਸਹਾਇਤਾ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਜਿੰਨੇ ਵੀ ਇੱਥੇ ਮੇਰੇ ਭਾਈ ਭੈਣ ਬੈਠੇ ਨੇ, ਮਾਤਾ ਮੇਰੀਆਂ ਬੈਠੀਆਂ ਤੇ ਬੇਨਤੀ ਹੈ ਵੀ ਜੇ ਕਿਸੇ ਨੂੰ ਕੋਈ ਭਜਨ ਆਂਦਾ ਹੋਏ ਤੇ ਜ਼ਰੂਰ ਬੋਲ ਅੱਗੇ ਹੋ, ਜਿਨ੍ਹਾਂ ਦੇ ਨਾਲ ਤੁਹਾਡੇ ਮਾਤਾ ਜੀ ਸਾਰੀ ਜਨਮਤ ਆਈ ਹੈ। ਤੁਹਾਡਾ ਸਾਰੇ ਪਰਿਵਾਰ ਦਾ ਇੱਥੇ ਆਉਣ ਤੇ ਬਹੁਤ ਬਹੁਤ ਵੈਲਕਮ ਜੀ, ਜੀ ਆਇਆਂ ਨੂੰ ਜੀ, ਵੈਲਕਮ ਜੀ। ਗੁਰਦੇਵ ਜੀ ਹੋਰਾਂ ਦਾ ਵੈਲਕਮ ਜੀ। ਇਸ ਸਮੇਂ ਤੋਂ ਲੂਣਾ ਜੀ ਫੈਮਿਲੀ ਨਾਲ ਅਟੈਚ ਹੈ। ਬਹੁਤ ਹੀ ਵਧੀਆ ਧਾਰਮਿਕ ਪਰਿਵਾਰ ਹੈ, ਇਹਨਾਂ ਤੇ ਬਹੁਤ ਮਾਲਿਕ ਦੀ ਕਿਰਪਾ ਹੈ। ਅਸ਼ੋਕ ਲੂਣਾ ਜੀ ਜਿੱਥੇ ਧਾਰਮਿਕ ਦੇ ਨਾਲ ਇੱਕ ਬਹੁਤ ਹੀ ਵੱਡੇ ਸੋਸ਼ਲ ਵਰਕਰ ਹਨ, ਵਿਅਕਤੀ ਵਿਸ਼ੇਸ਼ ਦੇ ਤੌਰ ਤੇ ਬਹੁਤ ਹੀ ਵਧੀਆ ਇਨਸਾਨ ਹਨ। ਮੈਂ ਅਕਸਰ ਹੀ ਇਹਨਾਂ ਦੇ ਨਾਲ ਵਿਚਰਦਾ ਰਹਿੰਦਾ ਹਾਂ। ਸਾਡੇ ਸਹਾਰਾ ਕਲੱਬ ਦੇ ਵਿੱਚ ਇਹਨਾਂ ਕੋਲ ਬਲੱਡ ਡੋਨੇਸ਼ਨ ਦਾ ਇੰਚਾਰਜ ਹੈ। ਅਸ਼ੋਕ ਲੂਣਾ ਜੀ ਹੋਰਾਂ ਨੂੰ ਜਦੋਂ ਵੀ ਕਾਲ ਕਰੀਏ ਕਿਸੇ ਸਮੇਂ ਵੀ ਤੇ शुक्र करा मेरे साहिबा, मेरी जिंदगी ने साइया ते तो रहमतां ने पाइया, मेरी जिंदगी ने साइया ते तो रहमतां ने पाइया। सब तेरी कृपा मेरे साहिबा, मैं तेरा शुक्र करा मेरे साहिबा। ये काम जो आए उसे इंसान कहते हैं, उसे इंसान कहते। पराया दर्द अपनाए उसे इंसान कहते हैं, उसे इंसान कहते हैं।
इंसान निर्धन है, कभी सुख है कभी दुख है, इसी का नाम ए पूंजी श्वासां दी मन वे, ए पूंजी श्वासां दी एनु ला दे हरी दे लेखे, ते जग पे आवेखे भजन कर गोविंद दा मन वे, भजन कर गोविंद दा मन वे। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਸਟੇਜ ਤੇ ਬਿਰਾਜਮਾਨ ਸਾਰੀਆਂ ਸ਼ਖਸੀਅਤਾਂ ਨੂੰ ਔਰ ਪੰਡਾਲ ਦੇ ਵਿੱਚ ਬੈਠੀਆਂ ਸਾਰੀਆਂ ਸੰਗਤਾਂ ਨੂੰ ਮੈਂ ਇੱਥੇ ਪਹੁੰਚਣ ਤੇ ਜਿਹੜਾ ਵਾ ਜੀ ਆਇਆਂ ਆਖਦਾ, ਕਿਉਂਕਿ ਬਹੁਤ ਵਧੀਆ ਉਪਰਾਲਾ। ਮੈਨੂੰ ਬਹੁਤ ਜ਼ਿਆਦਾ ਤਾਂ ਨਹੀਂ ਸੀ ਪਤਾ ਕਿ ਸਹਾਰਾ ਕਲੱਬ ਦਾ ਮੁੱਖ ਤੌਰ ਤੇ ਕੀ ਕੰਮ ਹੈ ਔਰ ਕਿਵੇਂ ਕਿਵੇਂ ਕਰਦੇ ਸੀ, ਬਟ ਜਿੰਨਾ ਕਿ ਮੈਂ ਹੁਣ ਤੱਕ ਇਸ ਚੀਜ਼ ਨੂੰ ਸਮਝਿਆ ਹੈ ਔਰ ਕਿਸੇ ਗਰੀਬ ਦੀ ਕਿਸੇ ਲੋੜਵੰਦ ਦੀ ਹੈਲਪ ਕਰਨਾ, ਕਿਸੇ ਜਿਹੜੇ ਉਹ ਪਰਿਵਾਰ ਜਿਹੜੇ ਕਿਸੇ ਨਾ ਕਿਸੇ ਤਰੀਕੇ ਨਾਲ ਕਹਿ ਸਕਦੇ ਹਾਂ ਕਿ ਆਪਣੀ ਰੋਜੀ ਦਾ ਇੰਤਜ਼ਾਮ ਨਹੀਂ ਕਰ ਸਕਦੇ, ਉਹਨਾਂ ਦੀ ਪੈਨਸ਼ਨ ਦਾ ਅਰੇਂਜਮੈਂਟ ਕਰਨਾ, ਐਂਬੂਲੈਂਸ ਦੇ ਵਿੱਚ ਮੁੱਢਲੀਆਂ ਬੇਸਿਕ ਸਹੂਲਤਾਂ ਦੇਣਾ ਜਾਂ ਬਲੱਡ ਡੋਨੇਸ਼ਨ ਵਗੈਰਾ, ਉਹ ਜਿਹੀਆਂ ਸਾਰੇ ਹੀ ਕੰਮ ਜਿਹੜੇ ਆ ਉਹ ਇਨਸਾਨੀਅਤ ਦੇ ਨਾਤੇ ਬੜੇ ਮੁੱਖ ਨੇ ਔਰ ਸਾਰੇ ਕੰਮਾਂ ਦੀ ਸਰਾਹਨਾ ਕਰਨੀ ਬਣਦੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਪਿਆਰੇ ਭਰੀ ਸਤਿ ਸ੍ਰੀ ਅਕਾਲ। ਤੇ ਕਹਿ ਤਾਂ ਕੁਛ ਸਕਦਾ ਨਹੀਂ ਮੈਂ, ਕਿਉਂਕਿ ਜੋ ਵੀ ਦਿੱਤਾ ਹੈ ਸਤਿਗੁਰੂ ਤੇਰਾ ਦਿੱਤਾ ਹੈ, ਜੋ ਵੀ ਕੀਤਾ ਹੈ ਸਤਿਗੁਰੂ ਤੇਰਾ ਹੀ ਕੀਤਾ ਹੈ। ਤੇ ਖੁਦ ਦੀ ਕੋਈ ਔਕਾਤ ਹੀ ਨਹੀਂ ਹੁੰਦੀ ਇਨਸਾਨ ਦੀ, ਕਰਨ ਕਰਾਵਨਹਾਰ ਹੈ ਤੂੰ, ਸਭ ਦਾ ਤੂੰ ਦਾਤਾ, ਸਭ ਕੁਝ ਤੂੰ ਹੀ ਜਾਣਦਾ ਹੈ। ਬਸ ਇੱਕ ਨਿੱਕੀ ਜਿਹੀ ਸਿੱਖਿਆ ਜ਼ਰੂਰ ਸਿੱਖੀ ਹੈ ਲਾਈਫ ਦੇ ਵਿੱਚ ਆਪਣੇ ਪੇਰੈਂਟਸ ਤੋਂ, ਆਪਣੇ ਸਤਿਗੁਰੂ ਤੋਂ, ਕਿ ਜਿੱਥੇ ਵੀ ਰਹੋ ਇੱਕ ਚੰਗੇ ਇਨਸਾਨ ਬਣ ਕੇ ਰਹੋ, ਕਿਸੇ ਦੇ ਦੁੱਖ ਦਾ ਕਾਰਨ ਕਦੇ ਨਾ ਬਣੋ, ਜੇ ਬਣੋ ਤਾਂ ਕਿਸੇ ਦੀ ਖੁਸ਼ੀ ਦਾ ਕਾਰਨ ਹੀ ਬਣੋ। ਤੇ ਜੇ ਲਾਈਫ ਦੀ ਗੱਲ ਕਰੀਏ ਤੇ ਸਾਡੇ ਫਾਦਰ ਸਾਹਿਬ ਨੇ ਵੀ ਬਹੁਤ ਟਾਈਮ ਦਿੱਤਾ ਇਸ ਕਲੱਬ ਨੂੰ ਵੀ, ਤੇ ਉੱਦਾਂ ਵੀ ਸੋਸ਼ਲ ਸਰਵਿਸ ਬਹੁਤ ਕਰਦੇ ਨੇ, ਬਟ ਉਹਨਾਂ ਨੇ ਜੋ ਸਾਨੂੰ ਹਰ ਸਟੈਪ ਤੇ ਕੋਈ ਇਦਾਂ ਦੀ ਫੈਸਿਲਿਟੀ ਨਹੀਂ ਜੋ ਲਾਈਫ 'ਚ ਨਹੀਂ ਦਿੱਤੀ। ਜਿਸ ਤਰ੍ਹਾਂ ਹੁਣ ਅੰਕਲ ਗੱਲ ਕਰ ਰਹੇ ਸਨ ਕਿ ਸਾਈਕਲ ਤੋਂ ਲੈ ਕੇ ਜਹਾਜ਼ ਤੱਕ ਵੀ ਝੂਟੇ ਦਵਾਏ ਨੇ, ਸੱਚੀ ਦਵਾਏ ਹੋਏ ਨੇ। ਪਰ ਜੇ ਅੱਜ ਮੈਂ ਉਹਨਾਂ ਨੂੰ ਕੋਈ ਖੁਸ਼ੀ ਨਾ ਦੇ ਸਕਾਂ ਤੇ ਮੇਰੇ ਵਰਗਾ ਕੋਈ ਇਹਸਾਨ ਫਰਾਮੋਸ਼ ਨਹੀਂ ਹੋ ਸਕਦਾ ਦੁਨੀਆ ਤੇ, ਕਿਉਂਕਿ ਹਰ ਔਲਾਦ ਦਾ ਫਰਜ਼ ਹੈ ਕਿ ਆਪਣੇ ਮਾਂ-ਬਾਪ ਨੂੰ ਹਰ ਖੁਸ਼ੀ ਦੇਵੇ, ਆਪਣੇ ਮਾਂ-ਬਾਪ ਲਈ ਹੀ ਆਪਣਾ ਜੀਵਨ ਜੋ ਹੈ ਆਪਣਾ ਸਮਰਪਿਤ ਕਰੇ। ਕਿਉਂਕਿ ਜੇ ਮਾਂ-ਬਾਪ ਆਪਣਾ ਢਿੱਡ ਵੱਢ ਕੇ ਤੁਹਾਨੂੰ ਉਹਨਾਂ ਔਖੇ ਸਮੇਂ ਵਿੱਚ ਵੀ ਖਾਣਾ ਖਵਾ ਸਕਦੇ ਹਨ, ਤੁਹਾਡੀ ਇੱਕ ਚੰਗੀ ਪਰਵਰਿਸ਼ ਕਰ ਸਕਦੇ ਹਨ, ਤੇ ਜਦ ਚੰਗਾ ਸਮਾਂ ਹੋਵੇ ਤੇ ਫਿਰ ਤੁਸੀਂ ਆਪਣੇ ਮਾਂ-ਬਾਪ ਨੂੰ ਕਿਉਂ ਪਿੱਛੇ ਛੱਡ ਦਿਓ। ਸੋ ਇਹੀ ਸਿੱਖਿਆ, ਇਹੀ ਸਭ ਦੇ ਚਰਨਾਂ 'ਚ ਇਹੀ ਬੇਨਤੀ ਹੈ ਕਿ ਕਦੀ ਵੀ ਆਪਣੇ ਮਾਂ-ਬਾਪ ਦਾ ਸਾਥ ਨਹੀਂ ਛੱਡਣਾ ਚਾਹੀਦਾ, ਤੇ ਕਦੀ ਉਹਨਾਂ ਇਨਸਾਨਾਂ ਦਾ ਵੀ ਸਾਥ ਨਹੀਂ ਛੱਡਣਾ ਚਾਹੀਦਾ ਜਿਨ੍ਹਾਂ ਨੇ ਤੁਹਾਨੂੰ ਔਖੇ ਸਮੇਂ 'ਤੇ ਤੁਹਾਡਾ ਸਾਥ ਦਿੱਤਾ ਹੋਵੇ। ਕਿਉਂਕਿ ਜੇ ਤੁਹਾਨੂੰ ਉਹ ਯਾਦ ਨੇ ਤੇ ਤੁਸੀਂ ਹਮੇਸ਼ਾ ਤਰੱਕੀ ਦੇ ਰਾਹ ਵੱਲ ਜਾਓਗੇ, ਤੇ ਜੇ ਨਹੀਂ ਤੇ ਫਿਰ ਤੇ ਸੱਚੇ ਪਾਤਸ਼ਾਹ ਵੀ ਕਹਿੰਦਾ ਹੈ ਕਿ ਤੂੰ ਤੇ ਜੇ ਉਸ ਦਾ ਇਨਸਾਨਮੰਦ ਨਹੀਂ ਹੈ ਤਾਂ ਤੂੰ ਮੇਰੀ ਕਦਰ ਕਿੱਥੋਂ ਕਰੇਂਗਾ। ਤਾਂ ਇਹੀ ਗੱਲ ਹੈ ਕਿ ਘਰਾਂ 'ਚੋਂ ਨਿਕਲੋ ਤੇ ਬਜ਼ੁਰਗਾਂ ਦੇ ਆਸ਼ੀਰਵਾਦ ਲੈ ਕੇ ਨਿਕਲੋ। ਮੈਨੂੰ ਖੁਦ ਨੂੰ ਇਹ ਚੀਜ਼ ਬਹੁਤ ਵਧੀਆ ਲੱਗਦੀ ਹੈ, ਕਿਉਂਕਿ ਅਸੀਂ ਬਚਪਨ ਤੋਂ ਹੀ ਇੱਕ ਨਿਰੰਕਾਰੀ ਮਿਸ਼ਨ ਨਾਲ ਜੁੜੇ ਹੋਏ ਹਾਂ। ਕੁਛ ਸਾਡੇ ਪੇਰੈਂਟਸ ਵੀ ਇੱਦਾਂ ਸਿੱਖਿਆ ਹੈ ਕਿ ਜਿੰਨੇ ਵਾਰੀ ਘਰ 'ਚ ਦਿਨ 'ਚ ਆਉਂਦੇ ਸੀ ਜਾਂਦੇ ਸੀ ਚਰਨਾਂ ਨੂੰ ਹੱਥ ਲਾ ਕੇ ਹੀ ਜਾਂਦੇ ਸੀ, ਤੇ ਚਾਹੇ ਦਿਹਾੜੀ 'ਚ 4-4 ਵਾਰੀ ਘਰੋਂ ਆਉਣਾ ਜਾਣਾ ਹੋਵੇ ਤੇ 4 ਵਾਰੀ ਹੀ ਕਰਨਾ। ਤੇ ਜੇ ਗਲੀ ਮੁਹੱਲੇ 'ਚ ਕਿਸੇ ਨੇ ਮਿਲ ਜਾਣਾ ਤੇ ਜੇ 10 ਜਣੇ ਖੜੇ ਤੇ 10 ਦੇ ਪੈਰੀ ਹੱਥ ਲਾਣੇ। ਤੇ ਲੋਕਾਂ ਨੇ ਜਦੋਂ ਸਾਨੂੰ ਆਪਣੇ ਆਪ 'ਚ ਕੋਈ ਇੱਦਾਂ ਨਹੀਂ ਫੀਲ ਹੁੰਦਾ, ਮੈਂ ਜਦੋਂ ਆਂਢ ਗੁਆਂਢ ਦੇ ਘਰ ਆ ਕੇ ਮਾਂ-ਬਾਪ ਨੂੰ ਕਹਿਣਾ ਨਾ ਕਿ ਤੁਹਾਡੇ ਬੱਚੇ ਬਹੁਤ ਚੰਗੇ ਹਨ, ਕਿ ਅੱਜ ਕੱਲ੍ਹ ਬੱਚੇ 10 ਜਣੇ ਖੜੇ ਹੁੰਦੇ ਦੂਰੋਂ ਹੀ ਸਤਿ ਸ਼੍ਰੀ ਅਕਾਲ ਕਰ ਦਿੰਦੇ ਹਨ, ਮੇਰੇ ਚਰਨਾਂ ਨੂੰ ਹੱਥ ਲਾ ਕੇ ਲੰਘਦੇ ਹਨ। ਤੇ ਉਦੋਂ ਜਿਹੜੀ ਫੀਲਿੰਗ ਹੁੰਦੀ ਹੈ ਨਾ, ਉਹ ਆਪਣੇ ਆਪ ਤੇ ਮਾਣ ਨਹੀਂ ਹੁੰਦਾ, ਆਪਣੇ ਮਾਂ-ਬਾਪ ਦੀ ਦਿੱਤੀ ਸਿੱਖਿਆ ਤੇ ਮਾਣ ਹੁੰਦਾ ਹੈ ਕਿ ਮੇਰੀ ਤਾਰੀਫ ਨਹੀਂ ਹੈ, ਮੇਰੇ ਮਾਂ-ਬਾਪ ਦੀ ਦਿੱਤੀ ਸਿੱਖਿਆ ਦੀ ਤਾਰੀਫ ਹੈ। ਤੋ ਇਹੀ ਬੇਨਤੀ ਹੈ ਕਿ ਹਰ ਕਿਸੇ ਅੱਗੇ ਕਿ ਆਪਣੇ ਮਾਂ-ਬਾਪ ਦਾ ਕਰਜ਼ਾ ਕਦੀ ਨਾ ਭੁੱਲੋ ਤੇ ਪ੍ਰਮਾਤਮਾ ਦਾ ਆਸਰਾ ਲੈ ਕੇ ਹਮੇਸ਼ਾ ਚੰਗੇ ਇਨਸਾਨ ਬਣੋ। ਸਤਿ ਸ਼੍ਰੀ ਅਕਾਲ ਜੀ। ਮੇਰੇ ਅੱਜ ਮੰਮਾ ਮੇਰੇ ਪਿਤਾ ਜੀ ਦੇ ਜਾਣ ਤੋਂ ਬਾਅਦ ਇਹੋ ਹੀ ਸਾਡਾ ਆਸਰਾ ਨੇ। ਅਸੀਂ ਜਦੋਂ ਵੀ ਘਰੋਂ ਨਿਕਲਦੇ ਹਾਂ ਆਪਾਂ ਇਹਨਾਂ ਦੇ ਚਰਨ ਸਪਰਸ਼ ਕਰਕੇ ਨਿਕਲਦੇ ਹਾਂ, ਆਸ਼ੀਰਵਾਦ ਲੈ ਕੇ ਨਿਕਲਦੇ ਹਾਂ, ਪਰ ਘਰ ਜਾਂਦੇ ਹਾਂ ਫਿਰ ਵੀ ਕੋਸ਼ਿਸ਼ ਕਰਦੇ ਹਾਂ ਕਿ ਇਹਨਾਂ ਕੋਲ ਆਸ਼ੀਰਵਾਦ ਲਿਆ ਜਾਏ। ਇਹ ਮੈਂ ਇਕੱਲਾ ਨਹੀਂ ਕਰਦਾ, ਮੇਰਾ ਸਾਰਾ ਪਰਿਵਾਰ ਕਰਦਾ ਹੈ, ਮੇਰੇ ਬੱਚੇ ਵੀ ਕਰਦੇ ਨੇ, ਮੇਰੇ ਭਤੀਜੇ ਬੈਠੇ ਨੇ ਉਹ ਵੀ ਇਸ ਤਰ੍ਹਾਂ ਹੀ ਕਰਦੇ ਨੇ। ਇਹ ਸਿੱਖਿਆ ਮੈਨੂੰ ਨਿਰੰਕਾਰੀ ਮਿਸ਼ਨ ਤੋਂ ਮੇਰੇ ਸਤਿਗੁਰੂ ਨੇ ਦਿੱਤੀ, ਜੋ ਮੈਂ ਆਪਣੀ ਲਾਈਫ 'ਚ ਇੰਪਲੀਮੈਂਟ ਕਰ ਪਾਇਆ।
ਕਰ ਦਿੰਦੇ ਹਾਂ ਪਰ ਸਵਾਰਦੇ ਬਹੁਤ ਘੱਟ ਹਾਂ। ਇਸ ਦਰ ਤੇ ਜਾਣ ਨਾਲ ਮੇਰੀ ਜ਼ਿੰਦਗੀ ਬਦਲ ਗਈ, ਮੇਰਾ ਜੀਵਨ ਬਦਲ ਗਿਆ। ਉਸ ਤੋਂ ਬਾਅਦ ਜਦ ਮੈਂ ਅੱਗੇ ਵੱਧਦਾ ਗਿਆ, ਮੈਂ ਬਟਾਲੇ ਸ਼ਿਫਟ ਹੋਇਆ। ਮੇਰੀ ਖਾਸ ਸਾਹਿਬ ਨੇ ਇੱਕ ਦਿਨ ਮੁਲਾਕਾਤ ਹੋਈ, ਅੱਜ ਤੋਂ ਮੇਰੇ ਕੋਲ 18-20 ਸਾਲ ਪੁਰਾਣੀ ਗੱਲ ਹੈ। ਉਦੋਂ ਕਲੱਬ ਹਲੇ ਨਵੀਂ ਬਣੀ ਸੀਗੀ। ਉਹ ਹੋਰ ਚਾਰ ਚੰਦ ਲੱਗ ਗਏ, ਆਪਾਂ ਕਲੱਬ ਨਾਲ ਜੁੜ ਗਏ। ਅੱਗੇ ਅਸੀਂ ਆਪਣੇ ਮਿਸ਼ਨ 'ਚ ਹੀ ਵਧੀਆ ਤਰੀਕੇ ਨਾਲ ਕੰਮ ਕਰਿਆ ਕਰਦੇ ਸੀਗੇ। ਫਿਰ ਅਸੀਂ ਸਮਾਜ ਵਿੱਚ ਵੀ ਬਹੁਤ ਸੋਹਣੇ ਤਰੀਕੇ ਨਾਲ ਕੰਮ ਕਰਨ ਲੱਗੇ ਔਰ ਬੜਾ ਲੰਮਾ ਪੀਰੀਅਡ ਮੈਂ ਤੇ ਕਾਜ ਸਾਹਿਬ ਨੇ ਸਾਰਾ ਕਲੱਬ ਜੋ ਬਣਾਇਆ ਹੈ ਔਰ ਅਸੀਂ ਕੋਸ਼ਿਸ਼ ਕੀਤੀ ਹੈ ਕਿ ਕਦੀ ਵੀ ਕਿਸੇ ਦਾ ਦਿਲ ਨਾ ਦੁਖਾਇਆ ਜਾਏ, ਹਮੇਸ਼ਾ ਹਰ ਇੱਕ ਨੂੰ ਖੁਸ਼ ਰੱਖਿਆ ਜਾਏ, ਭਾਵੇਂ ਉਹ ਗਰੀਬ ਹੈ, ਭਾਵੇਂ ਉਹ ਅਮੀਰ ਹੈ, ਭਾਵੇਂ ਉਹ ਕਿਸੇ ਵੀ ਜਾਤੀ ਨਾਲ ਸੰਬੰਧ ਰੱਖਦਾ ਹੈ। ਕਿ ਸਾਡੇ ਮਨ 'ਚ ਹਮੇਸ਼ਾ ਇਹੋ ਹੀ ਗੱਲ ਹੁੰਦੀ ਹੈ, ਅਵਲ ਅੱਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ, ਏਕ ਨੂਰ ਤੇ ਸਭ ਜੋ ਉਪਜਿਆ ਕੌਣ ਭੁਲੇ ਕੌਣ ਮੰਦੇ। ਅਸੀਂ ਕਦੀ ਵੀ ਆਪਣੇ ਮਨ 'ਚ ਇਹ ਗੱਲ ਨਹੀਂ ਲਿਆਂਦੀ। ਮੈਂ ਤੇ ਕਾਜ ਸਾਹਿਬ ਨੇ ਕਈ ਵਾਰੀ, ਹੁਣ ਤਾਂ ਚਲੋ ਸਾਡੇ ਸਹਿਯੋਗੀ ਬੜੇ ਹੋ ਗਏ ਹਨ, ਸਾਡੀਆਂ ਬਾਹਾਂ ਬਹੁਤ ਹੋ ਗਈਆਂ ਹਨ। ਅਸੀਂ ਰਾਤ ਨੂੰ 11-12 ਵਜੇ ਬਲੱਡ ਦੇ ਕੇ ਆਉਣਾ ਕਰਨਾ, ਕਿਉਂਕਿ ਉਦੋਂ ਇੰਨੇ ਸੋਸ਼ਲ ਵਰਕਰ ਨਹੀਂ ਸਨ। ਸਾਡੇ ਸਮਾਜ ਨੂੰ ਬਹੁਤ ਜ਼ਰੂਰਤ ਸੀ। ਲੇਕਿਨ ਅੱਜ ਜੋ ਸਾਡੇ ਬਟਾਲੇ ਵਿੱਚ ਮਹਾਸ਼ਾ ਗੋਕਲ ਚੰਦ ਜੀ ਨੇ ਬੂਟਾ ਲਗਾਇਆ ਬਟਾਲੇ ਵਿੱਚ, ਔਰ ਬੂਟਾ ਸਹਾਰਾ ਕਲਾ ਤੋਂ ਵੀ ਉਹਨਾਂ ਦੇ ਹੱਥਾਂ ਦਾ ਲੱਗਾ ਹੋਇਆ ਹੈ, ਉਸ ਦੀ ਵਾਂਗਡੋਰ ਜੋ ਅੱਜ ਜਤਿੰਦਰ ਕੱਦ ਜੀ ਨੇ ਸਾਡੇ ਵਰਗੇ ਸਹਿਯੋਗੀ ਦੇ ਨਾਲ ਲੈ ਕੇ ਸਾਂਭੀ ਹੋਈ ਹੈ ਔਰ ਮੋਢੇ ਨਾਲ ਮੋਢਾ ਲੈ ਕੇ ਅਸੀਂ ਸਾਰੇ ਇਹਨਾਂ ਦੇ ਨਾਲ ਚੱਲ ਰਹੇ ਹਾਂ। ਅਸ਼ੋਕ ਲੂਣਾ ਜੀ ਦਾ ਪਰਿਵਾਰ ਮੇਰੇ ਸਾਹਮਣੇ ਬੈਠੇ ਪੰਜਾਬ ਪੁਲਿਸ ਤੋਂ ਵੀਰ ਆਏ ਨੇ, ਭਾਬੀ ਅਨੀਤਾ ਕੱਦ ਜੀ, ਸਵਿਤਾ ਜੀ, ਵੀਨਾ ਜੀ, ਪੈਨਸ਼ਨਰ ਬੈਠੇ ਨੇ, ਕਲੱਬ ਦੇ ਮੈਂਬਰ ਵੀ ਬੈਠੇ ਨੇ। ਮੈਂ ਸਾਰਿਆਂ ਨੂੰ ਸਾਰਾ ਕਲੱਬ ਦੇ ਵਿਹੜੇ ਵਿੱਚ ਆਉਣ ਤੇ ਜੀ ਆਇਆਂ ਕਹਿੰਦਾ। ਲੱਖ ਖੁਸ਼ੀਆਂ ਪਾਤਸ਼ਾਹੀਆਂ ਇਹ ਸਤਿਗੁਰੂ ਨਜ਼ਰ ਕਰੇ। ਅੱਜ ਮਾਲਕ ਨੇ ਅਸ਼ੋਕ ਲੂਣਾ ਜੀ ਦੀ ਕਿਰਪਾ ਕੀਤੀ ਹੈ, ਉਹ ਸਾਡੇ ਅੱਜ ਦੇ ਮੁੱਖ ਮਹਿਮਾਨ ਨੇ। ਬੜੀ ਖੁਸ਼ੀ ਹੋਈ ਹੈ ਕਿ ਪਰਮਾਤਮਾ ਨੇ ਉਹਨਾਂ ਦੀ ਇਹ ਸੇਵਾ ਕਰਨ ਦੀ ਜਿਹੜੀ ਡਿਊਟੀ ਅੱਜ ਲਾਈ ਹੈ, ਬੜੀ ਖੁਸ਼ੀ ਦੀ ਗੱਲ ਹੈ। ਬੜੀ ਦੇਰ ਤੋਂ ਇੰਤਜ਼ਾਰ ਸੀ, ਪਰ ਕੀ ਆਂਦੇ ਦੇਰ ਆਏ ਤੇ ਦਰੁਸਤ ਆਏ, ਤੇ ਟਾਈਮ ਲੱਗ ਗਿਆ, ਪਰ ਵਧੀਆ ਟਾਈਮ ਆਇਆ। ਅੱਜ ਬੱਚਿਆਂ ਦੀ ਮੈਰਿਜ ਐਨਵਰਸਰੀ ਹੈ, ਉਹਦੇ ਵੀ ਬਹੁਤ ਬਹੁਤ ਇਹਨਾਂ ਨੂੰ ਵਧਾਈ ਹੈ। ਪ੍ਰੋਫੈਸਰ ਪ੍ਰੇਮ ਸਿੰਘ ਜੀ ਹੋਰੀਆਂ ਦੇ ਤੇ ਅੱਗੇ ਅਸੀਂ ਸਾਰੇ ਪੈਨਸ਼ਨਰ ਜਿਹੜੇ ਆ ਬੜੇ ਰਿਣੀ ਆ, ਕਿਉਂਕਿ ਇਹ ਸਾਡਾ ਸਾਰੇ ਸੁੱਖ ਦੁੱਖ ਦੇ ਵਿੱਚ ਸਾਥ ਦਿੰਦੇ ਹਨ। ਇਹਨਾਂ ਆਪਣੀ ਮਾਤਾ ਜੀ ਦੀ ਸਮੁੱਚੀ ਯਾਦ ਦੇ ਵਿੱਚ ਕਲੱਬ ਨੂੰ ਬਹੁਤ ਸਾਰੇ ਰੁਪਈਏ ਦਿੱਤੇ ਸਨ। ਪ੍ਰੇਮ ਸਿੰਘ ਜੀ ਹੋਰਾਂ ਦਾ ਦਿਲ ਤੋਂ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਜੀ। ਬਹੁਤ ਹੀ ਸਤਿਕਾਰਯੋਗ ਅੱਜ ਦੇ ਪੈਨਸ਼ਨਰਸ ਨੂੰ ਪੈਨਸ਼ਨ ਦੇਣ ਵਾਸਤੇ ਸਾਡੇ ਸਹਾਰਾ ਕਲੱਬ ਦੀ ਰੀੜ੍ਹ ਦੀ ਹੱਡੀ ਸ਼੍ਰੀ ਅਸ਼ੋਕ ਲੂਣਾ ਜੀ ਆਪਣੀ ਪੂਰੀ ਫੈਮਿਲੀ ਦੇ ਨਾਲ ਆਏ ਨੇ। ਇਹਨਾਂ ਦਾ ਜਦੋਂ ਦਾ ਮੈਂ ਕਲੱਬ ਦੇ ਨਾਲ ਜੁੜਿਆ ਉਦੋਂ ਤੋਂ ਦੇਖ ਰਿਹਾ, ਇਹਨਾਂ ਨੇ ਕਦੀ ਵੀ ਕੋਈ ਵੀ ਇਹੋ ਜਿਹਾ ਫੰਕਸ਼ਨ ਨਹੀਂ ਹੈਗਾ ਜਿਹਨੂੰ ਅਟੈਂਡ ਨਾ ਕੀਤਾ ਹੋਏ। ਤੇ ਜਦੋਂ ਵੀ ਵੇਖੀਏ ਕਿਸੇ ਨੂੰ ਬਲੱਡ ਦੀ ਜ਼ਰੂਰਤ ਹੋਏ, ਇਹਨਾਂ ਨੇ ਪੋਸਟ ਪਾਈ ਹੁੰਦੀ ਹੈ, ਅਰਜੈਂਟ ਇਹ ਗਰੁੱਪ ਦਾ ਬਲੱਡ ਚਾਹੀਦਾ, ਉਹਦਾ ਅਰੇਂਜ ਕਰਕੇ ਆਪਣੇ ਕਾਜੀ ਨਾਲ ਸਲਾਹ ਕਰਕੇ ਉਹਨਾਂ ਨੂੰ ਬਲੱਡ ਪ੍ਰੋਵਾਈਡ ਕਰਦੇ ਨੇ। ਇੱਕ ਛੋਟਾ ਜਿਹਾ ਤੁਹਾਡੇ ਨਾਲ ਵਾਕਿਆ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਬਹੁਤ ਹਾਈਲਾਈਟ ਹੋਇਆ ਤੇ ਮੈਂ ਉਹਨੂੰ ਪੂਰੇ ਨੂੰ ਵਾਚਿਆ। ਇੱਕ ਇੰਟਰਨੈਸ਼ਨਲ ਲੈਵਲ ਦਾ ਸੈਲੀਬ੍ਰਿਟੀ ਬੰਦਾ ਜੀ, ਉਹਦੇ ਘਰੇਲੂ ਝਗੜਾ ਪੈ ਗਿਆ, ਚਲੋ ਆਪਾਂ ਨਾਮ ਤੇ ਨਹੀਂ ਲਾਂਗੇ। ਉਹਨਾਂ ਦੇ ਬੱਚਿਆਂ ਨੇ ਵੀ ਉਹਦੇ ਅਗੇਂਸਟ ਜਾ ਕੇ ਉਹਨੂੰ ਬਹੁਤ ਭੰਡਿਆ ਜੀ, ਬੱਚਿਆਂ ਨੂੰ ਵੀ ਭੰਡਿਆ ਗਿਆ, ਉਹਨੂੰ ਭੰਡਿਆ, ਇੱਕ ਦੂਸਰੇ ਦੇ ਚਿੱਕੜ ਸੁੱਟਿਆ ਗਿਆ। ਇਹ ਗੱਲ ਬਹੁਤ ਸਭ ਕੁਝ ਹੀ ਪ੍ਰਦਾਨ ਕੀਤਾ ਔਰ ਇਹ ਲਗਾਤਾਰ 6 ਮਹੀਨੇ ਮੁਹਿੰਮ ਚੱਲਦੀ ਰਹੀ ਔਰ ਸਾਡੇ ਮਹਾਤਮਾ ਅਸ਼ੋਕ ਲੂਣਾ ਜੀ ਲਗਾਤਾਰ ਇਹ ਕਾਰਜ ਵਿੱਚ ਸਹਿਯੋਗ ਦਿੰਦੇ ਰਹੇ ਔਰ ਅੱਜ ਵੀ ਦੇ ਰਹੇ ਹਨ। ਸਾਡਾ ਨਿਰੰਕਾਰੀ ਮਿਸ਼ਨ ਆਪਨੇ ਸੁਣਿਆ ਹੋਵੇਗਾ, ਦਿੱਲੀ ਮੰਡਲ ਤੋਂ ਵੀ ਹੁਣੇ ਇੱਕ
ਉੱਥੇ ਸਾਡੇ ਕੋਵਿਡ ਦੇ ਨਾਲ ਜੋ ਪੇਸ਼ੈਂਟ ਆਏ ਉਹਨਾਂ ਵਾਸਤੇ ਮੰਡਲ ਵੱਲੋਂ ਇੱਕ ਸਪੈਸ਼ਲ ਗਰਾਊਂਡ ਚੁਣੀ ਗਈ 8 ਨੰਬਰ ਗਰਾਊਂਡ। ਉਸ ਵਿੱਚ 1000 ਬੈੱਡ ਤੈਨਾਤ ਕੀਤੇ ਗਏ, ਜਿਸ ਵਿੱਚ ਫ੍ਰੀ ਆਫ ਕਾਸਟ ਮੰਡਲ ਵੱਲੋਂ ਸੇਵਾਵਾਂ ਨਿਭਾਈਆਂ ਗਈਆਂ। ਗੈਸ ਉੱਥੇ, ਆਕਸੀਜਨ ਗੈਸ ਦਾ ਪ੍ਰਬੰਧ, ਮੈਡੀਸਿਨ ਦਾ ਪ੍ਰਬੰਧ ਮੰਡਲ ਵੱਲੋਂ ਕਰਾਇਆ ਗਿਆ। ਔਰ ਨਾਲ ਹੀ 2500 ਇਨਸਾਨਾਂ ਵਾਸਤੇ ਜਿਨ੍ਹਾਂ ਨੂੰ ਖਾਣੇ ਦੀ ਲੋੜ ਸੀ ਇੱਕ ਥਾਂ ਤੇ ਤਿਆਰ ਕਰਕੇ ਉਹਨਾਂ ਦੇ ਘਰਾਂ ਤੱਕ ਪਹੁੰਚਾਇਆ ਜਾਂਦਾ ਰਿਹਾ। ਔਰ ਸਾਡੇ ਅਸ਼ੋਕ ਲੂਣਾ ਜੀ ਜਿਨ੍ਹਾਂ ਨੇ ਹੁਣੇ ਹੀ ਪਤਾ ਲੱਗਾ ਹੈ ਕਿ 60 ਵਾਰ ਬਲੱਡ ਦਾਨ ਵੀ ਕਰ ਚੁੱਕੇ ਹਨ। ਬਲੱਡ ਦੀ ਸੇਵਾ ਹੋਏ ਅਸ਼ੋਕ ਲੂਣਾ ਜੀ ਨੂੰ ਥੋੜ੍ਹਾ ਹੀ ਫੋਨ ਕੀਤਾ ਜਾਂਦਾ ਹੈ ਔਰ ਇਹ ਆਪੇ ਪ੍ਰਬੰਧ ਕਰ ਦਿੰਦੇ ਹਨ। ਜਿਸ ਨੂੰ ਵੀ ਬਲੱਡ ਦੀ ਲੋੜ ਪੈਂਦੀ ਹੈ ਇਹਨਾਂ ਦਾ ਭਾਵੇਂ ਕੰਟੈਕਟ ਅੰਮ੍ਰਿਤਸਰ ਚੱਲਦਾ ਹੈ, ਬਟਾਲੇ ਚੱਲਦਾ ਹੈ ਜਾਂ ਗੁਰਦਾਸਪੁਰ, ਇਹਨਾਂ ਦੀ ਐਸੀ ਦੇਣ ਹੈ ਬਲੱਡ ਦੇ ਵਿੱਚ ਦਾਨ ਕਰਨ ਦੀ ਕਿ ਉਹ ਪ੍ਰਬੰਧ ਕਰਕੇ ਲੋੜਵੰਦ ਨੂੰ ਬਲੱਡ ਤਿਆਰ ਬਰ ਤਿਆਰ ਦੇ ਦਿੰਦੇ ਹਨ। ਜਿੰਨਾ ਵੀ ਸਟਾਫ ਐਮਐਲਏ ਸਾਹਿਬ ਦੀ ਰਹਿਨੁਮਾਈ ਹੇਠ ਸਮੁੱਚੀ ਅਗਵਾਈ ਜਿਹੜੀ ਉਹ ਜਤਿੰਦਰ ਕੰਗ ਜੀ ਦੀ ਹੈ। ਸਾਡੇ ਬਹੁਤ ਹੀ ਸਤਿਕਾਰ ਬੁੱਢੇ ਬਾਪ ਦੇ ਅਥਰੂ ਮਾਏ ਅੰਦਰੋਂ ਅੰਦਰੀ ਵਗਦੇ ਨੇ, ਕੁੜੀ ਨਹੀਂ ਪੇਕੇ ਆਉਣਾ, ਪੇਕੇ ਹੁੰਦੇ ਮਾਵਾਂ ਨਾਲ। ਸਟਾਫ ਮੈਂਬਰਸ, ਪੈਨਸ਼ਨਰਸ, ਸਾਰੇ ਆਏ ਹੋਏ ਭੈਣ ਭਰਾਵਾਂ ਨੂੰ ਕਿ ਸਾਡੇ ਮਾਤਾ ਜੀ ਜਿਨ੍ਹਾਂ ਦਾ ਬੜਾ ਵੱਡਾ ਸਾਡੇ ਤੇ ਆਸ਼ੀਰਵਾਦ ਜੀ। ਮਾਸਟਰ ਜੀ ਹੋਰੀ ਮੈਂ ਦੇਖਿਆ ਹੀ ਕਿਤੇ ਉਹਨਾਂ ਨੂੰ ਬੇਨਤੀ ਹੈ ਜੀ